ਹੈਲੋ ਸਟੂਡੈਂਟਸ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਗਵਰਨਮੈਂਟ ਐਗਜ਼ਾਮ ਦੀ ਪ੍ਰੈਪਰੇਸ਼ਨ ਲਈ ਤੇ ਹੋਰ ਵੀ ਜਿੰਨੇ ਸਟੇਟ ਦੇ ਐਗਜ਼ਾਮ ਆਉਂਦੇ ਨੇ ਆਪਣੇ ਉਹਨਾਂ ਦੀ ਤਿਆਰੀ ਲਈ ਆਪਾਂ ਨੇ ਕੰਪਿਊਟਰ ਐਂਡ ਆਈਟੀ ਦੀ ਸੀਰੀਜ਼ ਸਟਾਰਟ ਕੀਤੀ ਹੋਈ ਹੈ ਐਮਸੀਕਿਊਜ਼ ਦੀ, ਜਿਸ 'ਚ ਤੁਹਾਨੂੰ ਸਾਰਾ ਹੀ ਸਿਲੇਬਸ ਕੰਪਿਊਟਰ ਐਂਡ ਆਈਟੀ ਦਾ ਕਵਰ ਕਰਵਾਇਆ ਜਾਏਗਾ। ਜਿੰਨੇ ਵੀ ਇੰਪੋਰਟੈਂਟ ਕੁਐਸਚਨ ਪੇਪਰਸ 'ਚ ਆਉਂਦੇ ਨੇ ਉਹ ਸਾਰੇ ਇੱਥੇ ਤੁਹਾਨੂੰ ਕਵਰ ਕਰਵਾਏ ਜਾਣਗੇ। ਸੋ ਉਹਦਾ ਅੱਜ ਆਪਾਂ ਨੈਕਸਟ ਟੌਪਿਕ ਸਟਾਰਟ ਕਰਨ ਜਾ ਰਹੇ ਹਾਂ, ਇੰਟਰਨੈਟ ਐਂਡ ਜੀਪੀਐਸ। तो देखो ਤੁਹਾਨੂੰ ਪਤਾ ਹੋਵੇਗਾ ਕਿ ਪੰਜਾਬ ਪਟਵਾਰੀ ਜੀ ਦੀ ਜੋ ਡੇਟ ਹੈ ਉਹ ਅਨਾਉਂਸ ਹੋ ਚੁੱਕੀ ਹੈ। 8 ਅਗਸਤ ਨੂੰ ਪੰਜਾਬ ਪਟਵਾਰੀ ਦਾ ਪੇਪਰ ਹੈ ਤੇ ਬਾਕੀ ਵੀ ਜਿੰਨੇ ਗਵਰਨਮੈਂਟ ਐਗਜ਼ਾਮਸ ਨੇ ਉਹ ਪੰਜਾਬ ਦੇ ਜਿੰਨੇ ਵੀ ਬਾਕੀ ਨੇ, ਜਿਵੇਂ ਪੰਜਾਬ ਕੋਆਪਰੇਟਿਵ ਬੈਂਕ ਹੋ ਗਿਆ, ਸਬ ਇੰਸਪੈਕਟਰ ਤੇ ਨੈਬ ਤਹਿਸੀਲਦਾਰ ਦਾ ਵੀ ਪੇਪਰ ਜਿਹਦਾ ਫਾਰਮ ਵੀ ਨਿਕਲ ਚੁੱਕਿਆ ਸੀ, ਭਰ ਚੁੱਕਿਆ ਸੀ, ਉਹ ਵੀ ਸਾਰੇ ਹੁਣ ਆਉਣ ਵਾਲੇ ਟਾਈਮ 'ਚ ਨਿਕਲ ਜਾਣਗੇ। ਉਹਨਾਂ ਦਾ ਐਗਜ਼ਾਮ ਵੀ ਜਲਦ ਹੀ ਆ ਜਾਏਗਾ। ਸੋ ਤੁਸੀਂ ਆਪਣੀ ਡਟ ਕੇ ਤਿਆਰੀ ਸ਼ੁਰੂ ਕਰ ਦਿਓ ਤਾਂ ਜੋ ਆਪਣੇ ਸੀਟ ਜੋ ਹੈ ਉਹ ਤੁਸੀਂ ਪੱਕੀ ਕਰ ਸਕੋ। ਸੋ ਸਟਾਰਟ ਕਰਦੇ ਹਾਂ ਜੀ ਅੱਜ ਆਪਾਂ ਆਪਣੇ ਫਰਸਟ ਕੁਐਸਚਨ ਨਾਲ। What is the name of the first commercial internet network? ਸੋ ਜੋ ਪਹਿਲਾ ਕਮਰਸ਼ੀਅਲ ਇੰਟਰਨੈਟ ਨੈਟਵਰਕ ਸੀ ਉਹਦਾ ਨਾਮ ਕੀ ਸੀ? ਸੋ ਜੋ ਫਸਟ ਕਮਰਸ਼ੀਅਲ ਇੰਟਰਨੈਟ ਨੈਟਵਰਕ ਸੀ ਉਹਦਾ ਨਾਮ ਸੀ ਜੀ ਡੈਕਨੈਟ। ਆਪਸ਼ਨ ਸੀ ਡੈਕਨੈਟ। ਦੇਖੋ ਇੱਥੇ ਆਪਾਂ ਨੂੰ ਇਹ ਨਹੀਂ ਪੁੱਛਿਆ ਗਿਆ ਕਿ ਫਸਟ ਇੰਟਰਨੈਟ ਨੈਟਵਰਕ ਦਾ ਨਾਮ ਕੀ ਸੀ। ਜੇ ਇੱਥੇ ਕਮਰਸ਼ੀਅਲ ਵਰਡ ਨਾ ਹੁੰਦਾ, ਕੱਲਾ ਪੁੱਛਿਆ ਗਿਆ ਹੁੰਦਾ ਇੰਟਰਨੈਟ ਨੈਟਵਰਕ, ਫਸਟ ਇੰਟਰਨੈਟ ਨੈਟਵਰਕ, ਤਾਂ ਆਨਸਰ ਹੋਣਾ ਸੀ ਜੀ ਆਰਪਾਨੈਟ। ਜਿਹੜਾ ਸਭ ਤੋਂ ਪਹਿਲਾ ਇੰਟਰਨੈਟ ਨੈਟਵਰਕ ਇਨਵੈਂਟ ਹੋਇਆ ਸੀ ਉਹਦਾ ਨਾਮ ਸੀ ਆਰਪਾਨੈਟ। ਕਿਹੜੇ ਈਅਰ 'ਚ ਇਨਵੈਂਟ ਹੋਇਆ ਸੀ ਜੀ? 1969 'ਚ। ਤੇ ਕਿਹਨੇ ਇਨਵੈਂਟ ਕੀਤਾ ਸੀ? ਵਿੰਟਨ ਗ੍ਰੇ ਸਰਫ ਨੇ। ਨਾਮ ਕੀ ਸੀ ਸਾਇੰਟਿਸਟ ਦਾ? ਵਿੰਟਨ ਗ੍ਰੇ ਸਰਫ। ਤੇ ਇਸੇ ਹੀ ਦਾ ਨਾਮ, ਆਰਪਾਨੈਟ ਦਾ ਹੀ ਨਾਮ ਅੱਗੇ ਚੱਲ ਕੇ ਪੈ ਗਿਆ ਸੀ ਜੀ ਇੰਟਰਨੈਟ 1980 ਚ ਜਾ ਕੇ, ਜਿਹਨੂੰ ਆਪਾਂ ਅੱਜ ਇੰਟਰਨੈਟ ਨਾਲ ਜਾਣਦੇ ਹਾਂ। ਇਹ 1980 ਚ ਇਹਦਾ ਜਾ ਕੇ ਨਾਮ ਪੈ ਗਿਆ ਸੀ। ਸੋ ਜੇਕਰ ਪੁੱਛਿਆ ਜਾਵੇ ਕਿ ਫਸਟ ਕਮਰਸ਼ੀਅਲ ਇੰਟਰਨੈਟ ਨੈਟਵਰਕ ਕਿਹੜਾ ਸੀ ਤਾਂ ਆਨਸਰ ਆਏਗਾ ਡੈਕਨੈਟ। ਜੇ ਪੁੱਛਿਆ ਜਾਵੇ ਫਸਟ ਇੰਟਰਨੈਟ ਨੈਟਵਰਕ ਕਿਹੜਾ ਸੀ ਤਾਂ ਆਨਸਰ ਆਏਗਾ ਆਰਪਾਨੈਟ। ਸੋ ਨੈਕਸਟ ਕੁਐਸਚਨ ਹੈ ਜੀ, what does IP stands for? IP ਦੀ ਫੁੱਲ ਫਾਰਮ ਕੀ ਹੈ? ਸੋ ਦੇਖੋ IP ਦੀ ਫੁੱਲ ਫਾਰਮ ਕੀ ਹੁੰਦੀ ਹੈ? ਇੰਟਰਨੈਟ ਪ੍ਰੋਟੋਕਾਲ। ਆਪਸ਼ਨ ਬੀ ਇੰਟਰਨੈਟ ਪ੍ਰੋਟੋਕਾਲ। ਸੋ ਇੱਥੇ ਹੀ ਆਪਾਂ ਦੇਖ ਲੈਂਦੇ ਆ IP ਦੀ ਕੁਝ ਟਾਈਪਸ ਹੁੰਦੀਆਂ। ਫਸਟ ਹੈ FTP, ਇੱਕ ਹੁੰਦੀ ਹੈ ਜੀ FTP। FTP ਦੀ ਵੀ ਫੁੱਲ ਫਾਰਮ ਪੁੱਛ ਲਈ ਜਾਂਦੀ ਹੈ। ਇਹ ਫੁੱਲ ਫਾਰਮਸ ਪੁੱਛੇ ਗਈਆਂ ਪੇਪਰ 'ਚ ਬਹੁਤ ਵਾਰੀ ਤੇ ਬਹੁਤ ਇੰਪੋਰਟੈਂਟ ਨੇ, ਸੋ ਤੁਸੀਂ ਇਹ ਸਾਰੀਆਂ ਹੀ ਯਾਦ ਰੱਖੋਗੇ। ਸੋ FTP ਦੀ ਫੁੱਲ ਫਾਰਮ ਹੈ ਜੀ ਫਾਈਲ ਟ੍ਰਾਂਸਫਰ ਪ੍ਰੋਟੋਕਾਲ। ਫਾਈਲ ਟ੍ਰਾਂਸਫਰ ਪ੍ਰੋਟੋਕਾਲ। ਨੈਕਸਟ ਹੈ ਜੀ SMTP। SMTP, SMTP ਦੀ ਫੁੱਲ ਫਾਰਮ ਹੈ ਸਿੰਪਲ ਮੇਲ ਟ੍ਰਾਂਸਫਰ ਪ੍ਰੋਟੋਕਾਲ। ਟ੍ਰਾਂਸਫਰ ਪ੍ਰੋਟੋਕਾਲ। ਨੈਕਸਟ ਹੈ ਜੀ ਆਪਣੇ ਕੋਲ IMAP। ਇਹਦੀ ਫੁੱਲ ਫਾਰਮ ਹੈ ਇੰਟਰਨੈਟ ਮੈਸੇਜ ਐਕਸੈਸ ਪ੍ਰੋਟੋਕਾਲ। ਐਕਸੈਸ ਪ੍ਰੋਟੋਕਾਲ। ਤੇ ਲਾਸਟ ਆਪਣੇ ਕੋਲ ਹੈ POP। ਇਹ ਹੁੰਦਾ ਹੈ ਜੀ ਪੋਸਟ ਆਫਿਸ ਪ੍ਰੋਟੋਕਾਲ ਨੂੰ ਆਪਾਂ ਕਹਿੰਦੇ ਆ, ਪੋਸਟ ਆਫਿਸ ਪ੍ਰੋਟੋਕਾਲ। ਸੋ ਇਹ ਸਾਰੀਆਂ ਹੀ ਫੁੱਲ ਫਾਰਮਸ ਤੁਸੀਂ ਯਾਦ ਰੱਖੋਗੇ, ਬਹੁਤ ਵਾਰੀ ਪੇਪਰ 'ਚ ਪੁੱਛਿਆ ਜਾ ਚੁੱਕਿਆ। ਸੋ ਨੈਕਸਟ ਕੁਐਸਚਨ ਹੈ ਜੀ, what does URL stand for? ਸੋ URL ਦੀ ਫੁੱਲ ਫਾਰਮ ਕੀ ਹੁੰਦੀ ਹੈ? ਇਹ ਕੁਐਸਚਨ ਵੀ ਪੇਪਰ 'ਚ ਪੁੱਛਿਆ ਜਾ ਚੁੱਕਾ ਹੈ। PSPCL ਦਾ ਪੇਪਰ ਹੋਇਆ ਸੀ ਜੀ 2020 'ਚ, ਉਹਦੇ 'ਚ ਵੀ ਇਹ ਕੁਐਸਚਨ ਪੁੱਛਿਆ ਗਿਆ ਸੀ ਕਿ URL ਦੀ ਫੁੱਲ ਫਾਰਮ ਕੀ ਹੈ। तो आंसर आ जाएगा जी ਇਹਦਾ यूनिवर्सल रिसोर्स लोकेटर। ਹੋਰ ਵੀ ਬਹੁਤ ਸਾਰੇ ਪੰਜਾਬ ਦੇ ਪੇਪਰਾਂ 'ਚ ਖਾਸ ਕਰ ਇਹ ਕੁਐਸਚਨ ਬਹੁਤ ਵਾਰ ਪੁੱਛਿਆ ਜਾ ਚੁੱਕਿਆ। ਸੋ ਆਪਸ਼ਨ A यूनिवर्सल रिसोर्स लोकेटर। नेक्स्ट क्वेश्चन है जी,
What does ISP stands for? ISP ਦੀ ਫੁੱਲ ਫਾਰਮ ਕੀ ਹੋਏਗੀ? ISP ਹੁੰਦਾ ਕੀ ਹੈ ਜੀ? ਜਿਵੇਂ ਜੋ ਕੰਪਨੀਜ਼ ਸਾਨੂੰ ਸਰਵਿਸ ਪ੍ਰੋਵਾਈਡ ਕਰਦੀਆਂ, ਇੰਟਰਨੈਟ ਸਰਵਿਸ ਪ੍ਰੋਵਾਈਡ ਕਰਦੀਆਂ, ਉਹਨਾਂ ਨੂੰ ਆਪਾਂ ਕਹਿੰਦੇ ਆ ISP। ਠੀਕ ਹੈ, ਤੇ ISP ਦੀ ਫੁੱਲ ਫਾਰਮ ਕੀ ਹੋਗੀ? ਇੰਟਰਨੈਟ ਸਰਵਿਸ ਪ੍ਰੋਵਾਈਡਰ। ਆਪਸ਼ਨ ਬੀ, ਇੰਟਰਨੈਟ ਸਰਵਿਸ ਪ੍ਰੋਵਾਈਡਰ। ਸੋ ਨੈਕਸਟ ਚੱਲਦੇ ਹਾਂ ਜੀ। DSL स्टैंड फॉर, DSL जो है ਉਹਦੀ फुल फॉर्म की है? डिजिटल सब्सक्राइब लिंक। ऑप्शन बी, डिजिटल सब्सक्राइबर लिंक। DSL ਹੁੰਦਾ ਕੀ ਹੈ ਜੀ? ਜੋ ਆਪਣੇ ਇੰਟਰਨੈਟ ਕਨੈਕਸ਼ਨ ਹੁੰਦੇ ਨੇ ਉਹ ਤਿੰਨ ਤਰ੍ਹਾਂ ਦੇ ਹੁੰਦੇ ਨੇ। ਇੰਟਰਨੈਟ ਕਨੈਕਸ਼ਨ ਦੀ ਇੱਕ ਟਾਈਪ ਹੀ ਹੈ ਆਪਣੇ ਕੋਲ DSL। ਤਿੰਨ ਤਰ੍ਹਾਂ ਦੇ ਹੁੰਦੇ ਨੇ। ਡਾਇਲ ਅਪ ਕਨੈਕਸ਼ਨ, ਡਾਇਲ ਅਪ ਕਨੈਕਸ਼ਨ। ਡਾਇਲ ਅਪ ਕਨੈਕਸ਼ਨ ਕੀ ਹੁੰਦਾ ਜੀ? ਜਦੋਂ ਜਿਵੇਂ ਪਹਿਲਾਂ ਜੋ ਹੈ ਫੋਨ ਤੋਂ, ਇੱਕ ਫੋਨ ਹੁੰਦਾ ਸੀ, ਉਹਦੇ ਤੋਂ ਕੰਪਿਊਟਰ ਤੇ ਇੰਟਰਨੈਟ ਚੱਲਦਾ ਹੁੰਦਾ ਸੀ, ਵਾਇਰ ਨਾਲ ਤੁਹਾਡੇ ਕੋਲ ਇੰਟਰਨੈਟ ਪ੍ਰੋਵਾਈਡ ਹੁੰਦਾ ਸੀ ਤੁਹਾਨੂੰ, ਤੇ ਉਹ ਫੋਨ ਨੂੰ ਯੂਜ਼ ਕਰਕੇ ਕੰਪਿਊਟਰ ਤੇ ਜੋ ਹੈ ਉਹ ਇੰਟਰਨੈਟ ਚੱਲਦਾ ਸੀ। ਇੱਥੇ ਕੀ ਹੁੰਦਾ ਸੀ? ਇੱਕ ਟਾਈਮ ਤੇ ਇੱਕ ਹੀ ਡਿਵਾਈਸ ਤੇ ਇੰਟਰਨੈਟ ਚੱਲਦਾ ਸੀ, ਯੂਜ਼ ਹੁੰਦਾ ਸੀ, ਤੇ ਉਸ ਟੈਕਨੀਕ ਨੂੰ ਕੀ ਕਹਿੰਦੇ ਸੀ? ਡਾਇਲ ਅਪ ਕਨੈਕਸ਼ਨ। ਉਸ ਤੋਂ ਬਾਅਦ ਡਿजिटल ਸਬਸਕ੍ਰਾਈਬਰ ਲਿੰਕ, DSL, ਜਿਹਦੀ ਆਪਾਂ ਕੁਐਸਚਨ 'ਚ ਗੱਲ ਕਰ ਰਹੇ ਹਾਂ, DSL। ਇਹਦੇ 'ਚ ਕੀ ਹੁੰਦਾ ਜੀ? ਜਿਵੇਂ ਰੂਟਰ ਤੋਂ ਆਪਾਂ ਰੂਟਰ ਨੂੰ ਯੂਜ਼ ਕਰਕੇ ਇੰਟਰਨੈਟ ਚਲਾਉਂਦੇ ਹਾਂ। ਹੁਣ ਜਦੋਂ ਵੀ ਆਪਾਂ ਰੂਟਰ ਤੇ ਇੰਟਰਨੈਟ ਚਲਾਉਂਦੇ ਹਾਂ ਤਾਂ ਇੱਕ ਲੋਕਲ ਏਰੀਆ ਦੇ ਅੰਦਰ ਆਪਾਂ ਕਿੰਨੀ ਵੀ ਡਿਵਾਈਸ ਜੋ ਹੈ ਉਹ ਇੱਕ ਟਾਈਮ ਤੇ ਯੂਜ਼ ਕਰ ਸਕਦੇ ਹਾਂ। ਜਿਵੇਂ ਫੋਨ ਤੇ ਵੀ ਆਪਾਂ ਸੇਮ ਟਾਈਮ ਤੇ ਮੋਬਾਈਲ ਤੇ ਵੀ ਯੂਜ਼ ਕਰ ਸਕਦੇ ਹਾਂ ਤੇ ਕੰਪਿਊਟਰ ਤੇ ਵੀ। ਸੋ ਉਸ ਚੀਜ਼ ਨੂੰ, ਉਸ ਟੈਕਨੀਕ ਨੂੰ ਕੀ ਕਹਿੰਦੇ ਆ ਜੀ ਆਪਾਂ? DSL। थर्ड अपने को आज जो लेटेस्ट टेक्निक है वो है ISDN टेक्निक। ISDN की होंगी है फुल फॉर्म की ISDN दी? इंटीग्रेटेड सर्विस डिजिटल नेटवर्क। तो जो ऑप्टिकल फाइबर यूज होने लग गए, ऑप्टिकल फाइबर, उस टेक्निक ਨੂੰ ਕੀ ਕਹਿੰਦੇ ਆ ਜੀ ਆਪਾਂ? ISDN टेक्निक, ISDN। ठीक है जी, ऑप्टिकल फाइबर ਜਿਹਦੇ ਚ यूज ਹੁੰਦੇ ਆ। तो ਇੱਥੇ बहुत ही फास्ट इंटरनेट स्पीड मिलती है ਤੁਹਾਨੂੰ। तो ये तीन टेक्निक होंगी है जी इंटरनेट कनेक्शन। तो नैक्सट क्वेश्चन है जी अपना ISDN स्टैंड्स फॉर। सो इत्थे वही सेम क्वेश्चन आ गया अपने को कि ISDN दी फुल फॉर्म की होंगी है। पीछे आप गल करके आए हैं। ISDN दी फुल फॉर्म की होंगी है जी? इंटीग्रेटेड सर्विस डिजिटल नेटवर्क। ऑप्शन डी, इंटीग्रेटेड सर्विस डिजिटल नेटवर्क। तो नैक्सट क्वेश्चन करते हैं जी। Which of the following is not a web browser? हेठा लिखियों चों केड़ा जो है वो वेब ब्राउजर नहीं है। तो देखो मोजिला फॉर फायरफॉक्स भी एक वेब ब्राउजर है, एज भी एक वेब ब्राउजर है, ओपेरा भी एक वेब ब्राउजर है। तो सारे ही ऑप्शंस जो ने थे वो वेब ब्राउजर ने। तो आंसर आ जाएगा अपना डी, नन ऑफ दीज। इत्थे आपां कुछ होर वेब ब्राउजर के नाम देख लेंगे हैं जी। इंटरनेट एक्सप्लोरर जो डिफॉल्ट होंदा कंप्यूटर्स च, इंटरनेट एक्सप्लोरर ये भी एक वेब ब्राउजर है। सफारी ये भी एक वेब ब्राउजर है। गूगल क्रोम, ये नाम तुसी सारे ने सुने होंगे। ये सारे ही की ने वेब ब्राउजर। तो इन्हां चों बहुत बार पेपर च क्वेश्चन पूछ लिया जाता है कि हेठां लिखियां चों केड़ा जो है वो वेब ब्राउजर है या केड़ा जो है वो वेब ब्राउजर नहीं है। सो तुसी सारे ही याद रखोगे। So next question है जी, what is the name of the first web browser? जो पहला वेब ब्राउजर सी ओदा नाम की सी? सब तो पहला दुनिया का जो वेब ब्राउजर सी ओदा नाम की सी जी? ऑप्शन डी, वर्ल्ड वाइड वेब, www, वर्ल्ड वाइड वेब, वर्ल्ड वाइड वेब। किने इन्वेंट किया सी जी? टिम बर्नर-ली ने, टिम बर्नर-ली ने। देखो इतने सारे ही बहुत सारे क्वेश्चन बनेंगे। ये भी कई बार पेपर च पूछ लिया जाता है कि www दी फुल फॉर्म की है। तो एक होर पूछ लिया जाता है इत्थे www दी फुल फॉर्म भी पूछ ली जाती है। ते किने इन्वेंट किया सी www? ये भी क्वेश्चन बनता है। टिम बर्नर-ली ने इन्वेंट किया सी। केड़ी ईयर च इन्वेंट किया सी जी? 1990 च इन्वेंट किया सी। केड़ी ईयर च इन्वेंट किया सी? 1990 च। सो सारे ही क्वेश्चन इत्थे इंपॉर्टेंट ने, सारे तुसी अपनी कॉपी ते नोट कर लोगे।
सो नेक्स्ट क्वेश्चन करते हैं जी, वट इज वैब होस्टिंग। सो वैब होस्टिंग की होंगी है, देखो जिवें आपां कोई किसी ने वैबसाइट बनाई ਤੇ ਉਹ ਵੈਬਸਾਈਟ ਤੇ ਜੋ ਆਪਣਾ ਡਾਟਾ ਸੀ ਉਹ ਅਪਲੋਡ ਕੀਤਾ, ਟੈਕਸਟ ਸੀ ਜਾਂ ਕੋਈ ਵੀ ਜੋ ਡਾਟਾ ਫੋਟੋਜ਼ ਜੋ ਉਹਨੇ ਅਪਲੋਡ ਕੀਤੀਆਂ, ਕੰਟੈਂਟ ਅਪਲੋਡ ਕੀਤਾ, ਉਸ ਪ੍ਰੋਸੈਸ ਨੂੰ ਆਪਾਂ ਕਹਿੰਦੇ ਨੇ ਵੈਬ ਹੋਸਟਿੰਗ। ਸੋ ਇਹਦਾ ਆਨਸਰ ਕੀ ਆ ਜਾਏਗਾ ਜੀ, ਕੀ ਹੁੰਦੀ ਹੈ ਵੈਬ ਹੋਸਟਿੰਗ? ਟੂ ਅਪਲੋਡ ਕੰਟੈਂਟ ਔਨ ਸਰਵਰ, ਆਪਸ਼ਨ ਸੀ, ਟੂ ਅਪਲੋਡ ਕੰਟੈਂਟ ਔਨ ਸਰਵਰ। ਸੋ ਨੈਕਸਟ ਕੁਐਸਚਨ ਕਰਦੇ ਹਾਂ ਜੀ, which of the following is not a cloud storage। ਹੇਠਾਂ ਲਿਖਿਆਂ ਚੋਂ ਕਿਹੜਾ ਜੋ ਹੈ ਉਹ cloud storage ਨਹੀਂ ਹੈ। cloud storage ਕੀ ਹੁੰਦਾ, ਜਿਵੇਂ ਕਿ ਆਪਣੇ ਮੋਬਾਈਲ ਫੋਨਸ 'ਚ ਜੋ ਸਪੇਸ ਹੁੰਦੀ ਆ, ਜੋ ਮੈਮਰੀ ਹੁੰਦੀ ਆ, ਉਹ ਲਿਮਿਟਿਡ ਹੁੰਦੀ ਹੈ, ਠੀਕ ਹੈ। ਤੇ ਜੋ ਕੰਪਨੀਆਂ ਨੇ, ਕੁਝ ਕੰਪਨੀਆਂ ਨੇ, ਉਹ ਸਾਨੂੰ ਕੀ ਪ੍ਰੋਵਾਈਡ ਕਰਦੀਆਂ, ਕਲਾਊਡ ਸਟੋਰੇਜ ਪ੍ਰੋਵਾਈਡ ਕਰਦੀਆਂ। ਆਪਾਂ ਜੋ ਆਪਣਾ ਡਾਟਾ ਹੈ, ਆਪਣਾ ਕੰਟੈਂਟ ਹੈ, ਉਹ ਆਪਾਂ ਸੇਵ ਕਰ ਸਕਦੇ ਹਾਂ ਫਿਜ਼ੀਕਲ ਇਨਵਾਇਰਨਮੈਂਟ, ਇਹ ਸਾਨੂੰ ਆਪਸ਼ਨ ਦਿੰਦੀ ਆ ਆਪਣਾ ਡਾਟਾ ਸਟੋਰ ਕਰਨ 'ਚ। ਇਹ ਸਾਡੇ ਫੋਨ ਦੀ ਮੈਮਰੀ 'ਚ ਸਟੋਰ ਨਹੀਂ ਹੋਏਗਾ ਡਾਟਾ, ਇਹ ਹੋ ਜਾਏਗਾ ਉਹਨਾਂ ਦੀ ਜੋ ਉਹ ਸਾਨੂੰ ਪ੍ਰੋਵਾਈਡ ਕਰਾਉਣਗੇ ਫਿਜ਼ੀਕਲ ਇਨਵਾਇਰਨਮੈਂਟ 'ਚ ਸਪੇਸ ਪ੍ਰੋਵਾਈਡ ਕਰਵਾਉਣਗੇ। ਸੋ ਇਹ ਹੁੰਦੀ ਹੈ ਜੀ ਕਲਾਊਡ ਸਟੋਰੇਜ। ਸੋ ਆਪਸ਼ਨਸ ਨੇ ਕਿ ਇਹਨਾਂ ਚੋਂ ਹੇਠਾਂ ਲਿਖਿਆ ਚੋਂ ਕਿਹੜੀ ਜੋ ਹੈ ਉਹ ਕਲਾਊਡ ਸਟੋਰੇਜ ਨਹੀਂ ਹੈ। ਸੋ ਦੇਖੋ ਗੂਗਲ ਡਰਾਈਵ ਵੀ ਕਲਾਊਡ ਸਟੋਰੇਜ ਹੈ, ਨਾਮ ਤੁਸੀਂ ਸੁਣਿਆ ਹੋਏਗਾ। ਐਪਲ ਕਲਾਊਡ ਵੀ ਇੱਕ ਕਲਾਊਡ ਸਟੋਰੇਜ ਹੈ ਤੇ ਮਾਈਕਰੋਸੌਫਟ ਵਨ ਡਰਾਈਵ ਵੀ ਇੱਕ ਕਲਾਊਡ ਸਟੋਰੇਜ ਹੈ। ਆਪਸ਼ਨ ਡੀ ਬਲੈਕਬੇਰੀ ਕਲਾਊਡ, ਇਸ ਨਾਮ ਦੀ ਕੋਈ ਵੀ ਕਲਾਊਡ ਸਟੋਰੇਜ ਨਹੀਂ ਐਗਜ਼ਿਸਟ ਕਰਦੀ। ਸੋ ਆਨਸਰ ਹੋ ਜਾਏਗਾ ਜੀ ਆਪਸ਼ਨ ਡੀ ਬਲੈਕਬੇਰੀ ਕਲਾਊਡ। ਸੋ ਨੈਕਸਟ ਕੁਐਸਚਨ ਆ ਜੀ, ਵਟ ਇਜ਼ ਵਾਈਮੈਕਸ। ਵਾਈਮੈਕਸ ਕੀ ਹੈ? देखो वाईमैक्स जो है वो है एडवांस्ड ब्रॉडबैंड कनेक्शन, ऑप्शन सी एडवांस्ड ब्रॉडबैंड कनेक्शन। ये जो है वो जापान कंट्री का है, जापान कंट्री का है। यदि फुल फॉर्म की है जी, वर्ल्ड वाइड इंटरऑपरेबिलिटी फॉर माइक्रोवेव एक्सेस। यदि फुल फॉर्म भी पेपर च पूछी जा सकती है। फुल फॉर्म की है जी, वर्ल्ड वाइड इंटरऑपरेबिलिटी माइक्रोवेव एक्सेस, माइक्रोवेव एक्सेस। तो हैगा कि है जी एक एडवांस्ड ब्रॉडबैंड कनेक्शन है। सो ऑप्शन सी आंसर आ जाएगा। सो नेक्स्ट क्वेश्चन आ जी, व्हाट इज इंट्रानेट। इंटरनेट की हुंदा है? देखो तीन तरह के नेट है अपने को, एक अपने को है इंटरनेट, एक अपने को इंटरनेट, दूजा है जी इंट्रानेट, ते तीजा आप कह देंगे एक्सट्रानेट। इंटरनेट दैट कैन बी यूज्ड ऑन एनी लोकेशन, ਉਹ ਇੰਟਰਨੈਟ ਜੋ ਕਿਤੇ ਵੀ ਦੁਨੀਆ 'ਚ ਤੁਸੀਂ ਕਿੱਥੋਂ ਵੀ ਉਹਨੂੰ ਚਲਾ ਸਕਦੇ ਹੋ, ਠੀਕ ਹੈ ਜੀ, ਯੂਜ਼ ਕਰ ਸਕਦੇ ਹੋ ਉਸ ਚੀਜ਼ ਨੂੰ, ਉਸ ਇੰਟਰਨੈਟ ਨੂੰ ਆਪਾਂ ਕੀ ਕਹਿੰਦੇ ਆ, ਉਸ ਨੈਟਵਰਕ ਨੂੰ ਆਪਾਂ ਕੀ ਕਹਿੰਦੇ ਆ, ਇੰਟਰਨੈਟ, ਠੀਕ ਹੈ ਜੀ। ਉਸ ਨੈਟਵਰਕ ਨੂੰ ਆਪਾਂ ਕੀ ਕਹਿੰਦੇ ਆ, ਇੰਟਰਨੈਟ, ਜਿਹਨੂੰ ਆਪਾਂ ਕਿੱਥੋਂ ਵੀ ਐਕਸੈਸ ਕਰ ਸਕਦੇ ਹੋ। ਤੁਸੀਂ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਹੋ, ਤੁਸੀਂ ਉਹਨੂੰ ਯੂਜ਼ ਕਰ ਸਕਦੇ ਹੋ, ਉਸ ਚੀਜ਼ ਨੂੰ ਆਪਾਂ ਕਹਿੰਦੇ ਆ ਇੰਟਰਨੈਟ। ਦੂਜਾ ਜੀ ਆਪਣੇ ਕੋਲ जो एक इंटरनेट जो कि सेम ऑर्गेनाइजेशन च ही यूज हो सके, सिर्फ एक जिस ऑर्गेनाइजेशन का वो इंटरनेट हैगा है सिर्फ उत्थे ही वो यूज हो सके विद इन दैट ऑर्गेनाइजेशन, उस इंटरनेट को आपां कहंदे आ इंटरनेट। सो इत्थे अपने कोल क्वेश्चन च यही पूछा गया है कि इंटरनेट किहनूं कहंदे आ। सो आंसर आ जाएगा ऑप्शन बी, इंटरनेट विद इन सेम ऑर्गेनाइजेशन, इंटरनेट विद इन सेम ऑर्गेनाइजेशन। तीजा इत्थे गल कीती है कैन आल्सो बी यूज्ड बाय एक्सटर्नल यूजर। सो ये ਜਿਹੜਾ ऑप्शन है वो एक्सट्रानेट ਦਾ है। एक्सट्रानेट की ਹੁੰਦਾ है, ये भी ऑर्गेनाइजेशन ਦਾ ਹੀ ਹੁੰਦਾ, ऑर्गेनाइजेशनल इंटरनेट ਹੁੰਦਾ है जो किसी ऑर्गेनाइजेशन ਦਾ ਹੋਵੇ बट ਉਹਨੂੰ ऑर्गेनाइजेशन ਦੇ ਲੋਕਾਂ ਤੋਂ ਇਲਾਵਾ ਬਾਹਰ ਵਾਲੇ ਲੋਕ ਵੀ ਐਕਸੈਸ ਕਰ ਸਕਣ, ਉਸ ਚੀਜ਼ ਨੂੰ ਆਪਾਂ ਕਹਿੰਦੇ ਆ एक्सट्रानेट। सो नेक्स्ट क्वेश्चन आ जी, व्हाट डज जीपीएस स्टैंड्स फॉर। जीपीएस जो है ਉਹਦੀ फुल फॉर्म की है? तो जीपीएस जो है वो फुल फॉर्म है जी ग्लोबल पोजीशनिंग सिस्टम, ऑप्शन ए ग्लोबल पोजीशनिंग सिस्टम। तो नेक्स्ट क्वेश्चन चलते हैं जी, हाउ मेनी सैटेलाइट आर नीडेड फॉर एनी जीपीएस सिस्टम टू कवर द अर्थ।
तो देखो क्वेश्चन पूछा जा रहा है कि जो जीपीएस सिस्टम है, कोई भी जीपीएस सिस्टम है, ਉਹਨੂੰ टोटल एटलीस्ट किन्नियां जो सैटेलाइट्स ने ਉਹ टोटल अर्थ ਨੂੰ कवर कर ਲੈਣਗੇ। तो देखो जी एक सैटेलाइट जो है वो 120 डिग्री एंगल ऑलमोस्ट कवर कर दिया, 120 डिग्री। सो तीन सैटेलाइट्स मिलके जेकर आप तीन सैटेलाइट्स ला दिए तो वो पूरा 360 डिग्री एंगल कवर कर लेंगे, 120 इंटू 360। सो टोटल अर्थ का जो एंगल है वो कवर करने लिए आपां नूं कितनी सैटेलाइट्स की लोड़ होएगी जी? तीन सैटेलाइट्स। सो आंसर आ जाएगा ऑप्शन बी 3 सैटेलाइट्स। सो नेक्स्ट चलते हैं जी। What is the minimum number of satellite needed to know the location of a place? तो देखो इतने कंफ्यूज नहीं होना, पिछले क्वेश्चन च पूछा गया सी कि किन्नियां सैटेलाइट्स की लोड़ होएगी आपां नूं जे टोटल अर्थ नूं कवर करना होवे, ते इत्थे क्वेश्चन पूछा गया है कि किन्नी सैटेलाइट की लोड़ होएगी जे किसी प्लेस की लोकेशन पता करनी होवे। तो किसी भी प्लेस की एग्जैक्ट लोकेशन जे आपां ने पता करनी है तो घट्टो घट किन्नी सैटेलाइट्स की लोड़ हुंदी है जी? 4 सैटेलाइट्स की। तो आंसर आ जाएगा ऑप्शन डी 4 सैटेलाइट्स। तो नेक्स्ट क्वेश्चन आ जी, which of the following is not a GNSS? तो देखो GNSS हुंदा की है? GNSS हुंदा है ग्लोबल नेविगेशन सैटेलाइट सिस्टम। ग्लोबल नेविगेशन सैटेलाइट सिस्टम। किसी भी जो ਆਪਾਂ प्लेस की लोकेशन पता करते हैं उस लिए जो सिस्टम लगता है, जो सैटेलाइट सिस्टम होंदा है, उसनों आपां की कहते हैं ग्लोबल नेविगेशन सैटेलाइट सिस्टम। ते एदा ही जो है एक एग्जांपल है अपने कोल जीपीएस, जिवें कि जो आपां यूज करते हैं सारे ही अपने मोबाइल फोन च जीपीएस ऐप आपां यूज करते हैं, सारे नूं पता होएगा जी। तो वो जो है वो एदा ही एक एग्जांपल है, एदा ही एक ऑप्शन है जो कि केड़ी कंट्री ने बनाया गया, केड़ी कंट्री द्वारा बनाया गया जीपीएस जी? यूएसए द्वारा। तो यूएसए का ही एक जीएनएसएस है जीपीएस। इवें ही गलीलियो जो है वो केड़ी कंट्री का है? यूरोपियन यूनियन का। यूरोपियन यूनियन का। एक सारी ही जो इंफॉर्मेशन दी जा रही है कि जीपीएस, ये तुसी याद रखोगे कि जीपीएस केड़ी कंट्री का है? यूएसए का। गलीलियो जो है वो केड़ी कंट्री का है? यूरोपियन यूनियन का। इत्थों पेपर च बहुत बार क्वेश्चन पूछा जा चुका है ते हुण भी बहुत प्रोबेबिलिटी है कि इत्थों क्वेश्चन बने। सो ये तुसी याद रखोगे सारे। बायडू जो है वो केड़ी कंट्री का है जी? चाइना का। ते इत्थे एक होर याद रखोगे ग्लोनस। ग्लोनस केड़ी कंट्री का है जी? रशिया का। ये चारों ही बहुत इंपॉर्टेंट ने, तुसी सारे ही याद रखोगे। तो क्वेश्चन सी विच ऑफ द फॉलोइंग इज नॉट अ जीएनएसएस? हेठा लिखा जो केड़ा जीएनएसएस नहीं है, सारे ही इत्थे जीएनएसएस ने। सो आंसर आ जाएगा जी ऑप्शन डी नन ऑफ दीज। तो नेक्स्ट क्वेश्चन चलते हैं जी। जियो फेंसिंग इज यूज्ड फॉर। देखो जियो फेंसिंग हुंदी की आ, इन्हों आप एक एग्जाम्पल तो समझते हैं। ਜਦੋਂ ਵੀ ਆਪਾਂ ਕਿਸੇ ਸਟੇਟ 'ਚ ਐਂਟਰ ਕਰੀਏ, ਜਿਵੇਂ ਕਿ ਮੰਨ ਲਓ ਤੁਸੀਂ ਪੰਜਾਬ ਤੋਂ ਹਰਿਆਣਾ 'ਚ ਐਂਟਰ ਕਰੇ ਹੋ, ਜਦੋਂ ਵੀ ਤੁਸੀਂ ਹਰਿਆਣੇ ਦੀ ਬਾਉਂਡਰੀ 'ਚ ਐਂਟਰ ਕਰੋਗੇ ਜਾਂ ਪੰਜਾਬ ਦੀ ਬਾਉਂਡਰੀ 'ਚ ਐਂਟਰ ਕਰੋਗੇ ਜਾਂ ਕਿਸੇ ਵੀ ਹੋਰ ਸਟੇਟ ਦੀ ਬਾਉਂਡਰੀ 'ਚ ਐਂਟਰ ਕਰੋਗੇ, ਤੁਹਾਡੇ ਫੋਨ ਤੇ ਇੱਕ ਮੈਸੇਜ ਟ੍ਰਿਗਰ ਹੁੰਦਾ ਹੈ ਕਿ ਤੁਸੀਂ ਇਹ ਸਟੇਟ 'ਚ ਐਂਟਰ ਕਰ ਚੁੱਕੇ ਹੋ ਤੇ ਉਵੇਂ ਦੇ ਹੀ ਮੈਸੇਜ ਤੁਹਾਨੂੰ ਹੋਰ ਆਣੇ ਸ਼ੁਰੂ ਹੋ ਜਾਂਦੇ ਆ। ਸੋ ਉਹ ਕਿਵੇਂ ਹੁੰਦੇ ਆ ਜੀ? ਉਹਨਾਂ ਨੇ ਉਸ ਸਟੇਟ ਦੀ ਬਾਉਂਡਰੀ ਤੇ ਕੀ ਕੀਤਾ ਹੋਇਆ? ਜਿਓ ਫੈਂਸਿੰਗ ਕੀਤੀ ਹੋਈ ਹੈ। ठीक है जी, जियोग्राफिकल बाउंड्रीज जो है वो डिसाइड की हुई, ठीक है, इंटरनेट की यूज नाल जियो फेंसिंग की हुई है प्लेस की। सो उस चीज को कहते हैं जियो फेंसिंग। सो जियो फेंसिंग जी किस चीज लिए यूज होंगी है? टू डिटरमिन और फिक्स जियोग्राफिकल बाउंड्रीज। बिल्कुल जी, टू डिटरमिन और फिक्स जियोग्राफिकल बाउंड्रीज। दूजा टू नो द लोकेशन ऑफ अ प्लेस। बिल्कुल किसी प्लेस का लोकेशन भी पता लगती है जियो फेंसिंग नाल। तो तीजा ऑप्शन है टू सेंड मैसेज और पुश नोटिफिकेशन व्हेन यू एंटर इन अ मॉल। सो ये भी इहदा ही एक एग्जांपल है कि जदों भी तुसी किसी मॉल च एंटर करते हो तो उदों भी मॉल वालियां नूं जां तुहाडे मैसेज ट्रिगर हो जाएगा तुहाडे मोबाइल फोन ते कि तुसी इस बाउंड्री च एंटर करियो, तुसी इस मॉल च एंटर करियो। सो इस चीज नूं ये तीनों ही जो ने ओ यूजेस ने किस चीज दे? जियो फेंसिंग दे। सो ऑप्शन डी अपने कोल आंसर बन जाएगा ऑल ऑफ द अबव। तो नेक्स्ट क्वेश्चन आ जी, RFID स्टैंड फॉर। RFID की हुंदी है जी? RFID की फुल फॉर्म है ऑप्शन सी रेडियो फ्रीक्वेंसी आइडेंटिटी। RFID की फुल फॉर्म की है? रेडियो फ्रीक्वेंसी आइडेंटिटी।
सो नेक्स्ट क्वेश्चन आ जी अपने को ISDN स्टैंड्स फॉर, एक रिपीटेड क्वेश्चन है जी, ये क्वेश्चन पहला भी ਆਪਾਂ कर चुके हैं कि ISDN ਦੀ फुल फॉर्म की है। ISDN हैगा की सी टाइप सी इंटरनेट कनेक्शन दी। सो ISDN ਦੀ फुल फॉर्म की ਹੁੰਦੀ है इंटीग्रेटेड सर्विस डिजिटल नेटवर्क। सो ਇਹਦਾ आंसर आ जाएगा जी ऑप्शन ए इंटीग्रेटेड सर्विस डिजिटल नेटवर्क। सो ਇਹਦੇ ਨਾਲ ਹੀ ਆਪਣੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ। थैंक यू।